सरकार कहती असी रोज़गार दे रहे हैं, पर एक पासे तस्वीर वो भी सी जो मास्टर यही अध्यापक टैंकियां ते चढ़ते हैं ते यही अध्यापक सड़कां रोकते हैं, धरने ते बैठते हैं, तो तुहानूं लगता कि ये ऊंट दे मूँह जीरा नहीं लग रहा? लंबे तौर पर उन्होंने कार्यकारी अध्यापक रखा जाता सी और उन्होंने महज तनख्वाह होंदी सी 4-5 हज़ार तक, जबकि उन्होंने तो काम सारे जो पक्के अध्यापक होंगे सी उन्होंने वांग ही ले जाते सी, पर उन्होंने दोनों दी तनख्वाह भी जमीन आसमान का फर्क होता है। कार्यकारी टाइम लिए रखे जाते सी अध्यापक, उन्होंने सिर्फ 5 या 6 हज़ार दे के ही चुप करा दिता जाता सी। गल जी मानसा भी कह रहे हैं, कहते पंजाब के स्कूल खाली पे ने, यह भी हकीकत है। अज वाला जो काम है नियुक्ति पत्र जो कोई खासकर टीचर अध्यापक वाकई नहीं लगता कि ਜਿਹੜੇ सूबे ਦੇ ਵਿੱਚ अगर अध्यापक पूरे ने तो स्कूल तो फिर उतों उत्थे रोजगार भी आ सकता है, उत्थे सब कुछ हो सकता है, पर नीयत ते नीति दोनों च फर्क है। ਅਸੀਂ ਕਹੀਏ ਕਿ ਇੱਕ ਸ਼ਲਾਘਾਯੋਗ ਕਦਮ ਹੈ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। दोनों सरकारां विचों एक ने भी ऐसा कोई भी इनिशिएटिव नहीं लिया कि उन्होंने सिक्ख्या ਲਈ या फिर ਆਪਾਂ ਕਹੀਏ कि सरकारी स्कूलों के लिए कोई खास कदम चुकिया हो। पर मैडम इत्थे एक चीज़ दसो भी मैं नौकरी सरकारी लैनी है पर मेरे बच्चे प्राइवेट पढ़नगे जी, एक दुखांत नहीं है कि मैं सरकारी नौकरी वास्ते मैं धरने ते बैठदा, सरकारी नौकरी वास्ते मैं टैंकियां दे विच चढ़ जूं, पर ਜਿਹੜੇ मेरे बच्चे ने वो मैं प्राइवेट स्कूल पढ़ा रहे हैं ਤੇ ਉਹ ਸਕੂਲ ਵਾਸਤੇ ਸ਼ਾਇਦ ਮੈਂ ਸਿਫਾਰਿਸ਼ਾਂ ਵੀ ਲਾਉਂਗਾ। देखिए सरकारी स्कूल ਦੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਇਦਾਂ ਲੱਗਦਾ ਕਿ ਉਹਨਾਂ ਦੇ ਸਕੂਲ ਟਾਈਮ ਦੇ ਵਿੱਚ ਉਹ ਪਹੁੰਚ ਜਾਂਦੇ ਆ, ਸਕੂਲ ਦੀ ਛੁੱਟੀ ਹੋਈ ਤੇ ਉਹਨਾਂ ਦੀ ਡਿਊਟੀ ਓਵਰ ਹੋ ਗਈ ਹੈ। ਇਹ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਜੋ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਕਰ ਰਹੀ ਹੈ, ਸਰਕਾਰ ਕਿਉਂ ਨਹੀਂ ਕਰਦੀ ਸਰਕਾਰੀ ਸਕੂਲਾਂ ਦੀ? ਇਹਨਾਂ ਦੇ ਫਰਕ ਕਰਕੇ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਤਰੱਕੀ ਕਰ ਰਹੇ ਆ। ਉਹਨਾਂ ਨੂੰ ਲੱਗਦਾ ਕਿ ਅਸੀਂ ਕੰਮ ਕਰੀਏ ਚਾਹੇ ਨਾ ਕਰੀਏ ਸਾਨੂੰ ਤਨਖਾਹ ਮਿਲ ਜਾਣੀ ਹੈ। ਮਾਪਿਓ ਜਿਹੜਾ ਕਿ ਅਫੋਰਡ ਨਹੀਂ ਕਰ ਰਿਹਾ ਇਸ ਟਾਈਮ ਸਰਕਾਰੀ ਸਕੂਲ ਨੂੰ ਉਸੇ ਤਰੀਕੇ ਨਾਲ ਦੇਖਿਆ ਜਾਂਦਾ ਕਿ ਸਰਕਾਰੀ ਸਕੂਲ 'ਚ ਬੱਚਾ ਉਹ ਪੜ੍ਹਾਉਂਦਾ ਹੈ ਜਿਹੜਾ ਕਿ ਅਫੋਰਡ ਨਹੀਂ ਕਰ ਸਕਦਾ। ਇਹ ਨਹੀਂ ਦੇਖਿਆ ਜਾਂਦਾ ਕਿ ਉਹਨੇ ਸਰਕਾਰੀ ਸਕੂਲ ਦੇ ਵਿੱਚ ਇਸ ਲਈ ਪਾਇਆ ਕਿ ਉਹ ਸਰਕਾਰੀ ਸਕੂਲ ਦਾ ਮਿਆਦ ਬਹੁਤ ਵਧੀਆ ਸੀ, ਉੱਥੇ ਪੜ੍ਹਾਈ ਬਹੁਤ ਵਧੀਆ ਹੁੰਦੀ ਸੀ, ਇਹੋ ਜਿਹਾ ਕੁਝ ਵੀ ਨਹੀਂ। ਹਾਲਾਂਕਿ ਇਹ ਵੀ ਇੱਕ ਦੁਖਾਂਤ ਹੈ ਕਿ 10ਵੀਂ ਤੋਂ ਬਾਅਦ ਜੇ ਹਾਇਰ ਐਜੂਕੇਸ਼ਨ ਲੈਣੀ ਹੈ ਤਾਂ ਫਿਰ ਸਰਕਾਰੀ ਵਾਸਤੇ ਜਾਣਾ। ਆ ਸਕੂਲ ਦੀਆਂ ਤਸਵੀਰਾਂ ਨੇ, ਇਹ ਫਤਿਹਗੜ੍ਹ ਸਾਹਿਬ ਦੇ ਕੋਲ ਸਕੂਲ ਹੈ, ਇਹ ਮਨੀਲਾ ਦਾ ਸਕੂਲ ਹੈ, ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇ ਤੇ ਦਰਸ਼ਕ ਵੀ ਦੇਖ ਰਹੇ ਕਿ ਇਹ ਸਰਕਾਰੀ ਸਕੂਲ ਹੈ। ਤੁਸੀਂ ਦੇਖੋ ਵੀ ਕਿੰਨਾ ਸੋਹਣਾ ਬਣਾ ਰੱਖਿਆ ਹੈ ਸਰਕਾਰੀ ਸਕੂਲ। ਇਸੇ ਸਕੂਲ ਦੇ ਵਿੱਚ ਜਿੱਥੇ ਹੁਣਾ ਇੰਨਾ ਸੋਹਣਾ ਤੁਹਾਨੂੰ ਤਸਵੀਰਾਂ ਲੱਗ ਰਹੀਆਂ ਕਿ ਸਾਡੇ ਕੋਲ ਤਸਵੀਰਾਂ ਨਹੀਂ ਤਾਂ ਦਿਖਾਉਂਦਾ ਕਿ ਕਿਸ ਤਰੀਕੇ ਨਾਲ ਇਸੇ ਸਕੂਲ ਦੇ ਕਿਵੇਂ ਝਾੜੀਆਂ ਵੱਡੀਆਂ ਵੱਡੀਆਂ ਹੋਈਆਂ ਸੀ, ਇੱਥੇ ਕੋਈ ਬੱਚੇ ਨਹੀਂ ਆਉਂਦੇ ਸੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਡ ਦਾ ਵੇ। ਅੱਜ ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰ 3910 ਨਿਯੁਕਤੀ ਪੱਤਰ ਲੈ ਕੇ ਜਾਂਦੇ ਨੇ ਤੇ ਉੱਥੇ ਵੰਡੇ ਜਾਂਦੇ ਨੇ। ਮਾਸਟਰਾਂ ਦੀ ਨਵੀਂ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਫਿਰ ਭਗਵੰਤ ਮਾਨ ਉਸੇ ਗੱਲ ਤੇ ਜ਼ੋਰ ਦਿੰਦੇ ਨੇ ਕਿ ਅਸੀਂ ਰੋਜ਼ਗਾਰ ਜਿਸ ਦਾ ਨਾਰਾ ਅਸੀਂ ਦਿੱਤਾ ਸੀ ਉਸ ਨੂੰ ਅਸੀਂ ਤਹਿ ਦਿਲ ਨਾਲ ਪੂਰਾ ਕਰ ਰਹੇ ਹਾਂ। ਹੁਣ ਇਸੇ ਦੀ ਆਪਾਂ ਅੱਜ ਚਰਚਾ ਵੀ ਕਰਾਂਗੇ ਤੇ ਨਾਲੇ ਤੁਹਾਨੂੰ ਇਹ ਵੀ ਸੁਣਾਵਾਂਗਾ ਕਿ ਭਗਵੰਤ ਮਾਨ ਜੀ ਨੇ ਉੱਥੇ ਕੀ ਕੁਝ ਕਿਹਾ। ਪਹਿਲਾਂ ਆਓ ਸਵਾਗਤ ਕਰ ਲੈਂਦੇ ਆ ਸੀਨੀਅਰ ਪੱਤਰਕਾਰ ਅਮਨਪ੍ਰੀਤ ਕੌਰ ਦਾ। ਆਓ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ। 3910 ਅੱਜ ਨਿਯੁਕਤੀ ਪੱਤਰ ਵੰਡੇ ਗਏ, ਪਹਿਲਾਂ ਵੀ ਨਿਯੁਕਤੀ ਪੱਤਰ ਵੰਡੇ ਗਏ ਸੀ। ਸਰਕਾਰ ਕਹਿੰਦੀ ਅਸੀਂ ਰੋਜ਼ਗਾਰ ਦੇ ਰਹੇ ਹਾਂ, ਪਰ ਇੱਕ ਪਾਸੇ ਤਸਵੀਰਾਂ ਉਹ ਵੀ ਸੀ ਜਦੋਂ ਮਾਸਟਰ ਇਹੀ ਅਧਿਆਪਕ ਟੈਂਕੀਆਂ ਤੇ ਚੜ੍ਹਦੇ ਨੇ ਤੇ ਇਹੀ ਅਧਿਆਪਕ ਸੜਕਾਂ ਰੋਕਦੇ ਨੇ, ਧਰਨੇ ਤੇ ਬੈਠਦੇ ਨੇ, ਤਾਂ ਤੁਹਾਨੂੰ ਲੱਗਦਾ ਕਿ ਇਹ ਊਂਟ ਦੇ ਮੂੰਹ ਜੀਰਾ ਨਹੀਂ ਲੱਗ ਰਿਹਾ?
ਦੇਖੋ ਊਠ ਦੇ ਮੂੰਹ ਜ਼ੀਰਾ ਵਾਲੀ ਗੱਲ ਤੇ ਹੈ, ਪਰ ਅਗਰ ਕੋਸ਼ਿਸ਼ ਸ਼ੁਰੂ ਹੀ ਨਹੀਂ ਕੀਤੀ ਜਾਵੇਗੀ, ਚਾਹੇ ਉਹ ਛੋਟੇ ਲੈਵਲ ਤੇ ਹੀ ਕੀਤੀ ਗਈ ਹੈ, ਬਟ ਐਟਲੀਸਟ ਅਸੀਂ ਕਹਿ ਸਕਦੇ ਹਾਂ ਕਿ ਕੋਸ਼ਿਸ਼ ਕੀਤੀ ਤਾਂ ਗਈ ਹੈ। ਪਹਿਲੀਆਂ ਸਰਕਾਰਾਂ ਤਾਂ ਦੇਖੋ ਬਿਲਕੁਲ ਵੀ ਜੋ ਟੀਚਰ ਸੀਗੇ ਉਹਨਾਂ ਨੂੰ 40 ਦਿਨਾਂ ਲਈ ਅਪਾਇੰਟ ਕਰਦੀ ਸੀ, ਉਹਦੇ ਤੋਂ ਬਾਅਦ ਉਹਨਾਂ ਨੂੰ ਇੰਨੇ ਲੰਬੇ ਤੌਰ ਤੇ ਉਹਨਾਂ ਨੂੰ ਕਾਰਜਕਾਰੀ ਅਧਿਆਪਕ ਰੱਖਿਆ ਜਾਂਦਾ ਸੀ ਔਰ ਉਹਨਾਂ ਦੀ ਮਹਿਜ਼ ਤਨਖਾਹ ਹੁੰਦੀ ਸੀ 4-5 ਹਜ਼ਾਰ ਤੱਕ, ਜਦਕਿ ਉਹਨਾਂ ਤੋਂ ਕੰਮ ਸਾਰੇ ਜੋ ਪੱਕੇ ਅਧਿਆਪਕ ਹੁੰਦੇ ਸੀ ਉਹਨਾਂ ਵਾਂਗ ਹੀ ਲਏ ਜਾਂਦੇ ਸੀ, ਪਰ ਉਹਨਾਂ ਦੋਨਾਂ ਦੀਆਂ ਤਨਖਾਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸੀ। ਜਿੱਥੋਂ ਸਰਕਾਰੀ ਸਕੂਲ ਦੇ ਅਧਿਆਪਕ ਜਿਹੜੇ ਪੱਕੇ ਸਥਾਈ ਤੌਰ ਤੇ ਹੈਗੇ ਆ ਉਹਨਾਂ ਦੀ ਤਨਖਾਹ 70-80 ਹਜ਼ਾਰ ਹੁੰਦੀ ਸੀ, ਤੇ ਜਿਹੜੇ ਕਾਰਜਕਾਰੀ ਟਾਈਮ ਲਈ ਰੱਖੇ ਜਾਂਦੇ ਸੀ ਅਧਿਆਪਕ ਉਹਨਾਂ ਨੂੰ ਸਿਰਫ 5 ਜਾਂ 6 ਹਜ਼ਾਰ ਦੇ ਕੇ ਹੀ ਚੁੱਪ ਕਰਾ ਦਿੱਤਾ ਜਾਂਦਾ ਸੀ। ਇੱਕ ਉਹ ਸਮਾਂ ਸੀਗਾ, ਕਾਂਗਰਸ ਸਰਕਾਰ ਸੀ ਪੰਜਾਬ ਵਿੱਚ, ਔਰ ਉਸ ਟਾਈਮ ਤੇ ਜਦੋਂ ਅਧਿਆਪਕ ਜਿਹੜੇ ਸੀਗੇ ਬੇਰੁਜ਼ਗਾਰੀ ਦੇ ਖਿਲਾਫ ਆਪਣੀ ਜੋ ਟਾਈਮ ਪੀਰੀਅਡ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਰੱਖ ਕੇ ਆਪਣੇ ਅਧਿਕਾਰਾਂ ਨੂੰ ਰੱਖ ਕੇ ਧਰਨੇ ਪ੍ਰਦਰਸ਼ਨ ਕੀਤੇ ਔਰ ਉਹ ਟੈਂਕੀ ਤੱਕ ਤੇ ਚੜ ਗਏ ਸੀਗੇ। ਔਰ ਮੈਨੂੰ ਯਾਦ ਹੈ ਕਿ ਬਹੁਤ ਲੰਬਾ ਸਮਾਂ ਬਹੁਤ ਸਾਰੇ ਅਧਿਆਪਕ ਟੈਂਕੀ ਤੋਂ ਉਤਰੇ ਹੀ ਨਹੀਂ। ਉਸ ਟਾਈਮ ਦਿੱਲੀ ਦੇ ਜਿਹੜੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਉੱਥੇ ਗਏ ਸੀਗੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਅਗਰ ਪੰਜਾਬ ਵਿੱਚ ਆਪ ਦੀ ਸਰਕਾਰ ਆਉਂਦੀ ਹੈ ਤੇ ਤੁਹਾਡੇ ਲਈ ਜ਼ਰੂਰ ਸਾਡੀ ਸਰਕਾਰ ਕੁਝ ਕਰੇਗੀ। ਔਰ ਮੈਨੂੰ ਲੱਗਦਾ ਕਿ ਜੋ ਅੱਜ ਭਗਵੰਤ ਮਾਨ ਜੀ ਨੇ 4000 ਦੇ ਕਰੀਬ ਨਿਯੁਕਤੀ ਪੱਤਰ ਅਧਿਆਪਕਾਂ ਨੂੰ ਵੰਡੇ ਹੈਗੇ ਆ, ਇਹ ਇੱਕ ਉਹਦੇ ਲਈ ਸ਼ੁਰੂਆਤ ਕਹਿ ਸਕਦੇ ਹਾਂ ਅਸੀਂ। ਹਾਲਾਂਕਿ ਬਿਲਕੁਲ ਮਾਮੂਲੀ ਜਿਹੀ ਐਫਰਟ ਲੱਗਦੀ ਹੈ, ਬਟ ਕੁਛ ਨਾ ਕੁਛ ਤਾਂ ਚੰਗਾ ਹੀ ਹੈ ਕਿ ਕੁਝ ਐਫਰਟਸ ਕੀਤੇ ਜਾ ਰਹੇ ਆ ਔਰ ਇਸ ਨੂੰ ਵੀ ਅੱਗੇ ਵਧਾਇਆ ਜਾ ਸਕਦਾ, ਕਿਉਂਕਿ ਅਗਰ ਉਹਨਾਂ ਨੇ ਆਪਣੇ ਵਾਅਦੇ ਮੁਤਾਬਕ ਆਪਣੇ ਚੁਣਾਵੀ ਵਾਅਦਿਆਂ ਦੇ ਮੁਤਾਬਕ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਨਾਂ ਨੇ ਸਿੱਖਿਆ ਨੂੰ ਲੈ ਕੇ ਆਪਣੀ ਹੈਲਥ ਨੂੰ ਲੈ ਕੇ ਅਗਰ ਪੰਜਾਬ ਵਿੱਚ ਕੁਝ ਕਰਨ ਦੀ ਸੋਚੀ ਹੈ ਤੇ ਸਾਨੂੰ ਜ਼ਰੂਰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਬਿਲਕੁਲ, ਬਹੁਤ ਵਧੀਆ ਸ਼ਲਾਘਾਯੋਗ ਕਦਮ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਭਗਵੰਤ ਮਾਨ ਜੀ ਨੇ ਇਸ ਮੌਕੇ ਕੀ ਕੁਝ ਕਿਹਾ। ਹਰੇਕ ਬੰਦਾ ਚਾਹੁੰਦਾ ਚੱਲ ਯਾਰ ਮੇਰੀ ਤਾਂ ਲੰਘ ਗਈ, ਕਿਵੇਂ ਨਾ ਕਿਵੇਂ ਜਵਾਕ ਨੂੰ ਕਿਤੇ ਵਧੀਆ ਸਕੂਲ 'ਚ ਪੜ੍ਹਾ ਲਈਏ। ਵਧੀਆ ਦਾ ਮਤਲਬ ਪ੍ਰਾਈਵੇਟ। ਜਦੋਂ ਤੁਸੀਂ ਪਿੰਡਾਂ ਜਾਓਗੇ, ਇੰਨੀਆਂ ਤੁਸੀਂ ਡਿਗਰੀਆਂ ਕੀਤੀਆਂ ਹੋਈਆਂ, 2-4 ਮਹੀਨੇ ਐਫਰਟ ਕਰਨੀ ਪਊ ਪਿੰਡ ਦੇ ਵਿੱਚ ਜਾ ਕੇ ਇਹ ਕਹਿ ਕੇ ਕਿ ਸਾਡੇ ਕੋਲੇ ਭੇਜੋ ਬੱਚਾ ਜੀ, ਅਸੀਂ ਵਧੀਆ ਪੜ੍ਹਾਵਾਂਗੇ। ਤਾਂ ਫਿਰ ਵਧੀਆ ਸਕੂਲ ਸਰਕਾਰੀ ਵੀ ਬਣ ਜਾਣਗੇ, ਫਿਰ ਵੀ ਵਧੀਆ ਸਕੂਲ 'ਚ ਪੜ੍ਹਦਾ ਸਾਡਾ ਜਵਾਕ। ਆਮ ਤੌਰ ਤੇ ਕੀ ਹੁੰਦਾ ਹੈ, ਕਿਉਂਕਿ ਮੈਂ ਇੱਕ ਟੀਚਰ ਦਾ ਬੇਟਾ, ਮੈਨੂੰ ਪਤਾ ਹੈ ਬਦਲੀਆਂ ਕਿੱਥੇ, ਸ਼ਹਿਰ ਦੇ ਨੇੜੇ ਤੇੜੇ, ਸ਼ਹਿਰ ਦੇ ਨੇੜੇ ਤੇੜੇ 15 ਟੀਚਰ 12 ਬੱਚੇ, ਪਿੰਡ 104 ਬੱਚੇ 1 ਟੀਚਰ, ਬਾਕੀ ਸਾਰੀਆਂ ਪੋਸਟਾਂ ਖਾਲੀ। ਜਾਂਦੇ ਹੀ ਨਹੀਂ ਜੀ। ਅਸੀਂ ਕਹਿੰਦੇ ਜੀ ਸਾਨੂੰ ਤਾਂ ਇੱਥੋਂ ਘਰੋਂ ਬਸ ਇੱਥੋਂ ਨੇੜੇ ਪੈਂਦਾ ਹੈ ਨਾ, ਇਹਨੂੰ ਸੇਵਾ ਮੰਨੋ। ਫਿਰ ਹੋ ਸਕਦਾ ਪਿੰਡ 'ਚ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਪਵੇ। ਸਾਡੀ ਭੈਣ ਜੀ ਰਹਿੰਦੇ ਹੁੰਦੇ ਸੀ, ਜਸਵਿੰਦਰ ਕੌਰ ਸੀ ਉਹਨਾਂ ਦਾ ਨਾਮ, ਪਿੰਡ 'ਚ ਰਹਿੰਦੇ ਸੀ। ਉਹ ਹੈਗੇ ਸੀ ਦੂਰ ਤੋਂ, ਤੇ ਉਹ ਪਿੰਡ 'ਚ ਕਿਸੇ ਘਰ 'ਚ ਕਮਰਾ ਲੈ ਕੇ ਰਹਿੰਦੇ ਸੀ, ਤੇ ਉਹ ਸਾਰਾ ਪਿੰਡ ਉਹਨਾਂ ਨੂੰ ਸਤਿਕਾਰ ਦਿੰਦਾ ਸੀ ਕਿ ਟੀਚਰ ਨੇ, ਸਤਿਕਾਰ ਮਿਲੂਗਾ। ਹਾਂ, ਅਸੀਂ ਇਹ ਪਾਲਿਸੀ ਬਣਾਤੀ, ਜਿਉਂ-ਜਿਉਂ ਤੁਹਾਡਾ ਐਕਸਪੀਰੀਅੰਸ ਹੋਈ ਜਾਊਗਾ ਤੁਸੀਂ ਆਪਣੇ ਪਰਿਵਾਰ ਦੇ ਜਾਂ ਆਪਣੇ ਘਰ ਦੇ ਜਾਂ ਆਪਣੇ ਪੇਕਿਆਂ ਦੇ ਜਾਂ ਆਪਣੇ ਸਹੁਰਿਆਂ ਦੇ ਨੇੜੇ ਨੇੜੇ ਹੁੰਦੇ ਜਾਓਗੇ। ਉਹਨਾਂ ਆਪ ਹੀ ਕਰੀ ਜਾਵਾਂਗੇ ਅਸੀਂ। ਬਸ ਕਿਰਪਾ ਕਰਕੇ ਹੁਣ ਅੱਜ ਤੋਂ ਬਾਅਦ ਕਿਤੇ ਕੋਈ MLA ਨੂੰ ਨਾ ਪਾਲਣ ਲੱਗ ਜਾਓ ਵੀ ਲੈ ਵੀ ਹੁਣ ਇਹ ਤਾਂ ਬਣ ਗਿਆ ਕੰਮ, ਹੁਣ ਦੂਜਾ ਬਣਾਈਏ, ਨੇੜੇ ਆਈਏ। ਹੁਣ ਨਹੀਂ, ਨਾ ਕਰੋ, ਐ ਨਾ ਕਰੋ। ਦੂਰ ਵਾਲੇ ਵੀ ਪੜ੍ਹਨਾ ਚਾਹੁੰਦੇ ਨੇ, ਸਹੁੰ ਲੱਗੇ ਬਹੁਤ ਇੰਟੈਲੀਜੈਂਟ ਬੱਚੇ ਨੇ, ਤੁਸੀਂ ਪ੍ਰਾਊਡ ਕਰੋਗੇ ਉਹਨਾਂ ਤੇ। ਇੱਕ ਵਾਰੀ ਜਾ ਕੇ ਦੇਖੋ ਉਹਨਾਂ ਕੋਲੇ। ਬਿਲਕੁਲ, ਤੁਸੀਂ ਦੇਖਿਆ ਕਿ ਹਾਲਾਂਕਿ ਇੱਥੇ ਵੀ ਹਾਲੇ ਬਹੁਤ ਚੈਲੰਜਸ ਹੋਣਗੇ, ਕਿਉਂਕਿ ਜਿਵੇਂ ਮਾਨ ਸਾਹਿਬ ਨੇ ਵੀ ਕਿਹਾ ਕਿ ਪੰਜਾਬ ਦੇ ਸਕੂਲ ਖਾਲੀ ਪਏ ਨੇ, ਇਹ ਹਕੀਕਤ ਹੈ ਜੀ। ਅਮਨਪ੍ਰੀਤ ਕੌਰ ਜੀ, ਗੱਲ ਜਿਹੜੀ ਮਾਨ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਪੰਜਾਬ ਦੇ ਸਕੂਲ ਖਾਲੀ ਪਏ ਨੇ, ਇਹ ਵੀ ਹਕੀਕਤ ਹੈ। ਪਿਛਲੀਆਂ ਸਰਕਾਰਾਂ 'ਚ ਹਾਲੇ ਤਾਂ ਦੇਖੋ ਇਹ ਸਰਕਾਰ ਦਾ ਆਪਾਂ ਰਿਪੋਰਟ ਕਾਰਡ ਇਸ ਪੱਖੋਂ ਵਾਲੇ ਦੇਣਾ ਹੈ ਕਿਉਂਕਿ ਸਮਾਂ ਹਾਲੇ 1 ਸਾਲ ਹੋਇਆ, ਸਾਲ ਵੀ ਨਹੀਂ ਹੋਇਆ ਪੂਰਾ, ਪਰ ਜਿਸ ਤਰੀਕੇ ਨਾਲ ਅੱਜ ਵਾਲਾ ਜਿਹੜਾ ਕੰਮ ਹੈ ਨਿਯੁਕਤੀ ਪੱਤਰ ਦੇਣਾ, ਤੇ ਖਾਸ ਕਰ ਟੀਚਰਸ ਅਧਿਆਪਕ, ਵਾਕਈ ਮੈਨੂੰ ਲੱਗਦਾ ਕਿ ਜਿਹੜੇ ਸੂਬੇ ਦੇ ਵਿੱਚ ਅਗਰ ਅਧਿਆਪਕ ਪੂਰੇ ਨੇ ਤੇ ਸਕੂਲ, ਤਾਂ ਫਿਰ ਉੱਥੇ ਰੋਜ਼ਗਾਰ ਵੀ ਆ ਸਕਦਾ ਹੈ, ਉੱਥੇ ਸਭ ਕੁਝ ਹੋ ਸਕਦਾ ਹੈ, ਪਰ ਨੀਅਤ ਤੇ ਨੀਤੀ ਦੋਨਾਂ 'ਚ ਫਰਕ ਹੈ ਜੀ।
ਦੇਖੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਆਪਾਂ ਅਗਰ ਇਸ ਗੱਲ ਨੂੰ ਦੇਖੀਏ ਕਿ ਕੋਸ਼ਿਸ਼ ਮਾਨ ਸਰਕਾਰ ਨੇ ਕੀਤੀ ਹੈ ਔਰ ਉਹ ਉਸ ਪਹਿਲ ਦੀ ਆਪਾਂ ਅਗਰ ਸ਼ਲਾਘਾ ਕਰੀਏ ਤੇ ਉਸ ਕਦਮ ਦੀ ਵੀ ਅਸੀਂ ਕਹੀਏ ਕਿ ਇੱਕ ਸ਼ਲਾਘਾਯੋਗ ਕਦਮ ਹੈ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਇੱਕ ਤਰਫ ਤੋਂ ਆਪਾਂ ਦੇਖੀਏ ਜਾਵੇ ਅੱਜ ਤੱਕ ਜਦੋਂ ਦਾ ਪੰਜਾਬ ਬਣਿਆ ਤੇ ਜ਼ਿਆਦਾਤਰ ਉੱਥੇ ਅਕਾਲੀਆਂ ਨੇ ਜਾਂ ਫਿਰ ਕਾਂਗਰਸ ਨੇ ਹੀ ਰਾਜ ਕੀਤਾ ਔਰ ਦੋਨੋਂ ਸਰਕਾਰਾਂ ਵਿੱਚੋਂ ਇੱਕ ਨੇ ਵੀ ऐसा कोई भी इनिशिएटिव नहीं लिया कि उन्होंने सिक्ख्या ਲਈ ਜਾਂ ਫਿਰ ਆਪਾਂ ਕਹੀਏ ਕਿ ਸਰਕਾਰੀ ਸਕੂਲਾਂ ਦੇ ਲਈ ਕੋਈ ਖਾਸ ਕਦਮ ਚੁੱਕਿਆ ਹੋਵੇ ਕਿਉਂਕਿ ਜਿਵੇਂ ਸੀ ਸਰਕਾਰੀ ਸਕੂਲ ਜਿਵੇਂ ਬਣੇ ਉਵੇਂ ਹੀ ਚੱਲਦੇ ਗਏ। ਹਾਲਾਂਕਿ ਸਰਕਾਰੀ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਬਹੁਤ ਜ਼ਿਆਦਾ ਵ੍ਰਿੱਧੀ ਹੋਈ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਉਹਨਾਂ ਨੂੰ ਜੋ ਉਹਨਾਂ ਦੇ ਸਿੱਖਿਆ ਵਿਭਾਗ ਤੋਂ ਹਟ ਕੇ ਵੀ ਉਹਨਾਂ ਤੋਂ ਬਹੁਤ ਸਾਰੇ ਕੰਮ ਲਏ ਜਾਂਦੇ ਰਹੇ ਆ, ਚਾਹੇ ਉਹ ਇਲੈਕਸ਼ਨ ਹੋਵੇ ਚਾਹੇ ਕੁਝ ਹੋਰ ਅਗਰ ਸਕੀਮਸ ਚੱਲਦੀਆਂ ਪੰਜਾਬ ਵਿੱਚ ਵੀ ਉੱਥੇ ਵੀ ਡਿਊਟੀ ਦੀ ਅਗਰ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ। ਤੇ ਇੱਕ ਤਰਫ ਤੇ ਦੇਖੋ ਇਹ ਹੈ ਕਿ ਉਹਨਾਂ ਦੀਆਂ ਤਨਖਾਹਾਂ ਵਿੱਚ ਕੋਈ ਕਮੀ ਨਹੀਂ ਹੈ ਪਰ ਮੈਡਮ ਇੱਥੇ ਇੱਕ ਚੀਜ਼ ਦੱਸੋ ਵੀ ਜੀ ਮੈਂ ਨੌਕਰੀ ਸਰਕਾਰੀ ਲੈਣੀ ਹੈ ਪਰ ਮੇਰੇ ਬੱਚੇ ਪ੍ਰਾਈਵੇਟ ਚ ਪੜਨਗੇ ਜੀ ਇਹ ਕਿ ਦੁਖਾਂਤ ਨਹੀਂ ਹੈ ਕਿ ਮੈਂ ਸਰਕਾਰੀ ਨੌਕਰੀ ਵਾਸਤੇ ਮੈਂ ਧਰਨੇ ਤੇ ਬੈਠਦਾ, ਸਰਕਾਰੀ ਨੌਕਰੀ ਵਾਸਤੇ ਮੈਂ ਟੈਂਕੀਆਂ ਦੇ ਵਿੱਚ ਚੜ ਜੂ ਪਰ ਜਿਹੜੇ ਮੇਰੇ ਬੱਚੇ ਨੇ ਉਹ ਮੈਂ ਪ੍ਰਾਈਵੇਟ ਸਕੂਲ ਚ ਪੜਾਣੇ ਆ ਤੇ ਉਹ ਸਕੂਲ ਵਾਸਤੇ ਸ਼ਾਇਦ ਮੈਂ ਸਿਫਾਰਸ਼ਾਂ ਵੀ ਲਾਉਂਗਾ। ਤੁਸੀਂ ਦੇਖੋ ਪ੍ਰਾਈਵੇਟ ਸਕੂਲਾਂ ਵਾਸਤੇ ਮੈਂ ਸਿਆਸਤਦਾਨ ਕੋਲ ਜਾਣਾ ਵੀ ਕਿ ਹਾਂ ਫਲਾਣੀ ਥਾਂ ਤੇ ਫੋਨ ਕਰ ਦਿਓ ਮੈਨੂੰ ਉੱਥੇ ਬੱਚੇ ਦਾ ਐਡਮਿਸ਼ਨ ਕਰਾਣਾ ਹੈ। ਕਿੰਨੀ ਜਦੋਜਹਿਦ ਹੁੰਦੀ ਹੈ ਉਸ ਐਡਮਿਸ਼ਨ ਵਾਸਤੇ, ਲਾਈਨਾਂ ਲੱਗੀਆਂ ਹੁੰਦੀਆਂ। ਪ੍ਰਾਈਵੇਟ ਸਕੂਲ ਤੁਹਾਨੂੰ ਸਾਫ਼ ਮਨਾ ਕਰ ਦਿੰਦਾ ਜਿਹੜਾ ਉਸ ਦਾ ਆਪਾਂ ਕਹਿੰਦੇ ਨੇ ਬੜਾ ਮਸ਼ਹੂਰ ਸਕੂਲ ਹੈ। ਉਹ ਮਸ਼ਹੂਰ ਦਾ ਮਤਲਬ ਕੀ ਵੱਡੀ ਵਧੀਆ ਬਿਲਡਿੰਗ ਵਧੀਆ ਸਿਸਟਮ ਮੇਰਾ ਬੱਚਾ ਉੱਥੇ ਸੇਫ ਹੈ। ਇੱਕ ਪਾਸੇ ਸਰਕਾਰੀ ਸਕੂਲ ਯਾਨੀ ਕਿ ਤਨਖਾਹਾਂ ਵੱਧ ਤੇ ਸਿਸਟਮ ਬਹੁਤ ਘੱਟ। ਉਹ ਇਹ ਜਿਹੜਾ ਫਰਕ ਹੈ ਕਿਵੇਂ ਦੂਰ ਕਰਾਂਗੇ ਕਿਉਂਕਿ ਸਿਰਫ ਮਾਸਟਰਾਂ ਨੇ ਨਹੀਂ ਕੁਝ ਕਰਨਾ, ਸਕੂਲਾਂ ਦੇ ਵਿੱਚ ਬੱਚੇ ਕਿਵੇਂ ਭਰੇ ਜਾਣਗੇ ਉਹ ਬਹੁਤ ਵੱਡਾ ਚੈਲੰਜ ਰਹਿਣਾ ਸਰਕਾਰ ਵਾਸਤੇ ਵੀ। ਦੇਖिए ਸਰਕਾਰੀ ਸਕੂਲ ਦੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਇਦਾਂ ਲੱਗਦਾ ਕਿ ਉਹਨਾਂ ਦੇ ਸਕੂਲ ਟਾਈਮ ਦੇ ਵਿੱਚ ਉਹ ਪਹੁੰਚ ਜਾਂਦੇ ਆ, ਸਕੂਲ ਦੀ ਛੁੱਟੀ ਹੋਈ ਤੇ ਉਹਨਾਂ ਦੀ ਡਿਊਟੀ ਓਵਰ ਹੋ ਗਈ ਹੈ। ਔਰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਟੀਚਰ ਹੈਗੇ ਉਹਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਐਡਮਿਸ਼ਨ ਹੋਣੇ ਹੁੰਦੇ ਆ ਜਾਂ ਫਿਰ ਜਦੋਂ ਐਗਜ਼ਾਮ ਬੱਚਿਆਂ ਦੇ ਹੋ ਜਾਂਦੇ ਆ ਉਹਦੇ ਤੋਂ ਬਾਅਦ ਉਹਨਾਂ ਦੀਆਂ ਸਪੈਸ਼ਲ ਡਿਊਟੀਆਂ ਲਗਾਈਆਂ ਜਾਂਦੀਆਂ ਮੈਨੇਜਮੈਂਟ ਵੱਲੋਂ ਕਿ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਘਰ ਘਰ ਜਾ ਕੇ ਤੁਸੀਂ ਬੱਚਿਆਂ ਦਾ ਦੇਖਣਾ ਹੈ ਕਿ ਕਿਹੜੇ ਉਮਰ ਦੇ ਬੱਚੇ ਜਿਹੜੇ ਕਿਸ ਘਰ ਵਿੱਚ ਅਵੇਲੇਬਲ ਹੈਗੇ ਤਾਂ ਕਿ ਦੇਖਿਆ ਜਾ ਸਕੇ ਕਿ ਸਾਡੇ ਸਕੂਲ ਵਿੱਚ ਕਿਹੜੇ ਬੱਚੇ ਦਾ ਦਾਖਲਾ ਹੋ ਸਕਦਾ ਹੈ। ਤਾਂ ਇਹ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਜੋ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਕਰਦੀ ਹੈ ਸਰਕਾਰ ਕਿਉਂ ਨਹੀਂ ਕਰ ਦਿੰਦੀ ਸਰਕਾਰੀ ਸਕੂਲਾਂ ਲਈ। ਇਹ ਜਿਹੜਾ ਪਾੜਾ ਹੈ ਸਰਕਾਰੀ ਸਕੂਲ ਦਾ ਔਰ ਪ੍ਰਾਈਵੇਟ ਸਕੂਲ ਦਾ ਇਹਦੇ ਵਿੱਚ ਅਸੀਂ ਇਹ ਨਹੀਂ ਕਹਾਂਗੇ ਕਿ ਸਿਰਫ ਬਿਲਡਿੰਗ ਦੀ ਕਮੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੈਗੀਆਂ ਸੁਰਿੰਦਰ ਜੀ। ਅਗਰ ਦੇਖਿਆ ਜਾਵੇ ਤਾਂ ਦੇਖੋ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਅਗਰ ਗੱਲ ਕਰੀਏ ਤੇ ਇੱਕ ਤੇ ਪੜ੍ਹਾਉਣ ਦਾ ਤਰੀਕਾ ਲੈ ਲਓ, ਦੂਸਰਾ ਬਿਲਡਿੰਗ ਲੈ ਲਓ, ਤੀਸਰਾ ਸੇਫਟੀ ਲੈ ਲਓ, ਚੌਥਾ ਜਿਹੜਾ ਅਧਿਆਪਕਾਂ ਤੋਂ ਕੰਮ ਲੈਣਾ ਉਹਦਾ ਤਰੀਕਾ ਲੈ ਲਓ। ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਦੇ ਫਰਕ ਕਰਕੇ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਤਰੱਕੀ ਕਰ ਰਹੇ ਆ ਔਰ ਜਿਹੜੇ ਸਰਕਾਰੀ ਸਕੂਲ ਹੈ ਉਹ ਬਿਲਕੁਲ ਬੰਦ ਹੋਣ ਦੇ ਕਗਾਰ ਤੇ ਆ ਗਏ। ਉਹਦਾ ਮੇਨ ਵੱਡਾ ਕਾਰਨ ਇਹੀ ਹੈ ਕਿ ਅਧਿਆਪਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਅਸੀਂ ਕੰਮ ਕਰੀਏ ਚਾਹੇ ਨਾ ਕਰੀਏ ਸਾਨੂੰ ਤਨਖਾਹ ਮਿਲ ਜਾਣੀ ਹੈ, ਮਤਲਬ ਆਨਸਰੇਬਲ ਨਹੀਂ ਹੈ। ਜਵਾਬਦੇਹੀ ਤੈਅ ਕਰਨੀ ਪਏਗੀ। ਮੈਨੂੰ ਇਹ ਲੱਗਦਾ ਕਿ ਜਦ ਤੱਕ ਜਵਾਬਦੇਹੀ ਨਹੀਂ ਹੋਏਗੀ ਕਿ ਜਿਹੜਾ ਅਧਿਆਪਕਾਂ ਨੂੰ ਇਹ ਪਤਾ ਹੋਵੇ ਕਿ ਹਾਂ ਅੱਜ ਮੇਰੀ 15 ਦਿਨ ਜਾਂ ਹਾਲਾਂਕਿ ਇਹਨਾਂ ਨੇ ਪੀਟੀਐਮ ਵਾਲਾ ਜਿਹੜਾ ਕਲਚਰ ਸ਼ੁਰੂ ਕੀਤਾ ਉਹ ਵੀ ਬੜਾ ਸ਼ਲਾਘਾਯੋਗ ਹੈ ਕਿ ਪਹਿਲੀ ਵਾਰ ਇਸ ਤਰੀਕੇ ਨਾਲ ਹੋਇਆ ਕਿ ਸਰਕਾਰੀ ਸਕੂਲ 'ਚ ਜੇ ਪੀਟੀਐਮ ਹੋਏਗੀ ਘੱਟ ਤੋਂ ਘੱਟ ਮਾਪਿਓ ਜਿਹੜਾ ਕਿ ਅਫੋਰਡ ਨਹੀਂ ਕਰ ਰਿਹਾ। ਇਸ ਟਾਈਮ ਸਰਕਾਰੀ ਸਕੂਲ ਨੂੰ ਉਸੇ ਤਰੀਕੇ ਨਾਲ ਦੇਖਿਆ ਜਾਂਦਾ ਕਿ ਸਰਕਾਰੀ ਸਕੂਲ 'ਚ ਬੱਚਾ ਉਹ ਪੜ੍ਹਾਉਂਦਾ ਹੈ ਜਿਹੜਾ ਕਿ ਅਫੋਰਡ ਨਹੀਂ ਕਰ ਸਕਦਾ, ਉਸ ਨੂੰ ਇਸੇ ਨਜ਼ਰ ਨਾਲ ਦੇਖਿਆ ਜਾਂਦਾ। ਇਹ ਨਹੀਂ ਦੇਖਿਆ ਜਾਂਦਾ ਕਿ ਉਹਨੇ ਸਰਕਾਰੀ ਸਕੂਲ ਦੇ ਵਿੱਚ ਇਸ ਲਈ ਪਾਇਆ ਕਿਉਂਕਿ ਉਹ ਸਰਕਾਰੀ ਸਕੂਲ ਦਾ ਮਿਆਦ ਬਹੁਤ ਵਧੀਆ ਸੀ, ਉੱਥੇ ਪੜ੍ਹਾਈ ਬਹੁਤ ਵਧੀਆ ਹੁੰਦੀ ਸੀ। ਇਹੋ ਜਿਹਾ ਕੁਝ ਵੀ ਨਹੀਂ ਹੈ। ਹਾਲਾਂਕਿ ਇਹ ਵੀ ਇੱਕ ਦੁਖਾਂਤ ਹੈ ਕਿ 10ਵੀਂ ਤੋਂ ਬਾਅਦ ਜੇ ਹਾਇਰ ਐਜੂਕੇਸ਼ਨ ਲੈਣੀ ਹੈ ਤਾਂ ਫਿਰ ਸਰਕਾਰੀ ਵਾਸਤੇ ਜਾਣਾ ਹੈ। ਤੁਸੀਂ IIT ਕਰਨੀ ਹੈ ਤਾਂ ਤੁਹਾਨੂੰ ਸਰਕਾਰੀ ਪ੍ਰੈਫਰ ਹੈ, ਪੈਕ ਹੋ ਗਿਆ ਸਰਕਾਰੀ ਹੋਣਾ ਚਾਹੀਦਾ ਹੈ। ਪ੍ਰਾਈਵੇਟ ਤੁਹਾਡੀ ਉਹਦੀ ਵੇਟੇਜ ਘੱਟ ਹੈ ਕਿਉਂਕਿ ਉੱਥੇ ਬੱਚੇ ਦਾ ਪਲੇਸਮੈਂਟਸ ਨਹੀਂ ਹੁੰਦੀਆਂ। ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਪੈਸੇ ਜ਼ਿਆਦਾ ਲੱਗਦੇ ਆ। ਉੱਥੇ ਵੀ ਪ੍ਰਾਈਵੇਟ ਵਾਲਿਆਂ ਨੇ ਨੈਕਸਸ ਬਣਾਇਆ ਹੋਇਆ, ਵੱਡੇ ਵੱਡੇ ਕੋਚਿੰਗ ਸੈਂਟਰਸ ਖੋਲੇ ਹੋਏ ਨੇ। ਉੱਥੇ ਵੀ ਉਹ ਲੋਕਾਂ ਨੂੰ ਉਸ ਤਰੀਕੇ ਨਾਲ ਤੁਸੀਂ ਦੇਖੋ ਕੋਟਾ ਕਿੱਡਾ ਵੱਡਾ, ਇੱਕ ਛੋਟਾ ਜਿਹਾ ਪਰ ਉਹ ਕੋਟਾ 'ਚ ਕਿੱਡਾ ਵੱਡਾ ਸੋਚੋ ਇੱਕ ਨੈਕਸਸ ਬਣਿਆ ਹੋਇਆ ਹੱਬ ਹੈ ਪੂਰੀ। ਤਾਂ ਇਸ ਲਈ ਇੱਥੇ ਵੀ ਦੇਖੋ ਤੁਸੀਂ ਪ੍ਰਾਈਵੇਟ ਇੰਸਟੀਚਿਊਟਸ ਏਡੇ ਵੱਡੇ ਵੱਡੇ ਨੇ, ਬਾਹਰ ਲਿਖਿਆ ਹੋਊਗਾ ਕਿ IIT ਦੀ ਤਿਆਰੀ ਕਰੋ। IIT ਕੀ ਹੈ? ਸਰਕਾਰੀ ਹੈ ਪਰ 10ਵੀਂ ਤੱਕ ਸਾਨੂੰ ਪ੍ਰਾਈਵੇਟ 'ਚ ਪੜ੍ਹਨਾ ਹੈ। ਤਾਂ ਬਹੁਤ ਵੱਡਾ ਇੱਕ ਗੈਪ ਹੈ। ਮੈਨੂੰ ਲੱਗਦਾ ਕਿ ਇੱਕ ਆਪਾਂ ਨੂੰ ਵੀ ਆਮ ਇੱਕ ਸਮਾਜ ਨੂੰ ਵੀ ਇਸ ਦਾ ਇੱਥੇ ਗੌਰ ਕਰਨਾ ਪਏਗਾ ਵੀ ਕਿਸ ਤਰੀਕੇ ਨਾਲ ਸਰਕਾਰੀ ਸਕੂਲ ਨੂੰ ਆਪਾਂ ਬਣਾ ਸਕਦੇ ਹਾਂ। ਉਸ ਦੀ ਇੱਕ ਉਦਾਹਰਨ ਵੀ ਮੈਂ ਤੁਹਾਨੂੰ ਦਿਖਾਣਾ। ਤਸਵੀਰਾਂ ਦੇਖਦੇ ਹਾਂ ਪਹਿਲਾਂ।
ਕਿ ਆ ਸਕੂਲ ਦੀਆਂ ਤਸਵੀਰਾਂ ਨੇ, ਇਹ ਫਤਿਹਗੜ੍ਹ ਸਾਹਿਬ ਦੇ ਕੋਲ ਸਕੂਲ ਹੈ, ਇਹ ਮਨੀਲਾ ਦਾ ਸਕੂਲ ਹੈ, ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇ ਮੈਡਮ, ਤੇ ਦਰਸ਼ਕ ਵੀ ਦੇਖ ਰਹੇ ਨੇ ਕਿ ਇਹ ਸਰਕਾਰੀ ਸਕੂਲ ਹੈ। ਤੁਸੀਂ ਦੇਖੋ ਵੀ ਕਿੰਨਾ ਸੋਹਣਾ ਬਣਾ ਰੱਖਿਆ ਹੈ ਸਰਕਾਰੀ ਸਕੂਲ, ਤੇ ਇਸ ਦੇ ਵਿੱਚ ਇਹ ਨਹੀਂ ਕਿ ਇਸ ਪਿੰਡ ਦੇ ਲੋਕਾਂ ਨੂੰ ਕੋਈ ਸਰਕਾਰ ਵਾਲੇ ਪਾਸੇ ਉਹਨਾਂ ਨੂੰ ਸਰਕਾਰ ਤੋਂ ਕੋਈ ਮਦਦ ਦੀ ਉਧਰਲੇ ਪਾਸੇ ਕੋਈ ਅੱਖ ਰੱਖੀ ਹੋਈ ਸੀ, ਕਿਉਂਕਿ ਅਕਸਰ ਅਸੀਂ ਸਿਰਫ ਸਰਕਾਰ ਵਾਲੇ ਪਾਸੇ ਆਸ ਰੱਖ ਕੇ ਦੇਖਦੇ ਹਾਂ। ਤੁਸੀਂ ਸਕੂਲ ਦੀ ਖੂਬਸੂਰਤੀ ਦੇਖੋ, ਸਫਾਈ ਦੇਖੋ, ਹਰ ਤਰੀਕੇ ਨਾਲ। ਤੇ ਇਹ ਨਹੀਂ ਕਿ ਇਹ ਸਕੂਲ ਬਹੁਤ ਜ਼ਿਆਦਾ ਪੁਰਾਣਾ ਹੈ। ਇਹ ਸਕੂਲ 2016 ਤੋਂ, ਹਾਲਾਂਕਿ ਇਹਨੂੰ 2016 'ਚ ਨੋਟੀਫਿਕੇਸ਼ਨ ਹੋਇਆ ਸੀ ਕਿ ਨਾਲ ਦੇ ਪਿੰਡ ਦੇ ਨਾਲ ਇਹਨੂੰ ਮਰਜ ਕੀਤਾ ਜਾ ਰਿਹਾ ਸੀ। ਇਸੇ ਸਕੂਲ ਦੇ ਵਿੱਚ ਜਿੱਥੇ ਹੁਣ ਇੰਨਾ ਸੋਹਣਾ ਤੁਹਾਨੂੰ ਤਸਵੀਰਾਂ ਲੱਗ ਰਹੀਆਂ, ਕਿ ਸਾਡੇ ਕੋਲੋਂ ਤਸਵੀਰਾਂ ਨਹੀਂ ਤਾਂ ਦਿਖਾਉਂਦਾ ਕਿ ਕਿਸ ਤਰੀਕੇ ਨਾਲ ਇਸੇ ਸਕੂਲ ਦੇ ਕਿਵੇਂ ਝਾੜੀਆਂ ਵੱਡੀਆਂ ਹੋਈਆਂ ਸੀ, ਇੱਥੇ ਕੋਈ ਬੱਚੇ ਨਹੀਂ ਆਉਂਦੇ ਸੀ। ਪਰ ਹੁਣ ਇੱਥੇ ਉਹ ਪਿੰਡ ਵਾਲਿਆਂ ਦੀ ਤੇ ਕੁਝ NRI ਪਰਿਵਾਰਾਂ ਦੀ ਮਦਦ ਦੇ ਨਾਲ ਇਸ ਸਕੂਲ ਦੀ ਨੁਹਾਰ ਬਦਲੀ ਹੋਈ ਹੈ। ਤੇ ਨੁਹਾਰ ਤੁਹਾਡੀ ਤਸਵੀਰਾਂ ਹੀ ਦਿਖਾ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਇਸ ਸਕੂਲ ਦਾ ਪੂਰਾ ਰੰਗ ਢੰਗ ਬਦਲ ਦਿੱਤਾ ਗਿਆ। ਜੀ ਮੈਡਮ। ਜੀ, ਅਗਰ ਅਸੀਂ ਕੇਜਰੀਵਾਲ ਸਰਕਾਰ ਦੀ ਗੱਲ ਕਰੀਏ ਜਾਂ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ, ਤੇ ਪੰਜਾਬ ਦੇ ਵਿੱਚ ਜਦੋਂ ਦੀ ਆਪ ਸਰਕਾਰ ਆਈ ਹੈ ਤੇ ਉਹਨਾਂ ਨੇ ਹਮੇਸ਼ਾ ਹੀ ਦਿੱਲੀ ਮਾਡਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਦਿੱਲੀ ਮਾਡਲ ਦੀ ਮੈਂ ਖੁਦ ਤੁਹਾਨੂੰ ਇਹ ਕਹਾਂਗੀ ਕਿ ਬਈ ਅੱਜ ਤੱਕ ਇਸ ਤਰ੍ਹਾਂ ਕਦੀ ਨਹੀਂ ਹੋਇਆ ਸੀਗਾ ਕਿ ਸਰਕਾਰੀ ਹਸਪੀਟਲ ਜਾਂ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਨੂੰ ਪਿੱਛੇ ਪਾਉਂਦੇ ਹੋਣ। ਇਸ ਤਰ੍ਹਾਂ ਦੀ ਐਫਰਟਸ ਕਿਸੇ ਸਰਕਾਰ ਵੱਲੋਂ ਨਹੀਂ ਕੀਤੀਆਂ ਗਈਆਂ। ਔਰ ਮੈਂ ਖੁਦ ਗਵਾਹ ਹਾਂ, ਕਿਉਂਕਿ ਮੈਂ ਖੁਦ ਵਿਜ਼ਿਟ ਕੀਤਾ ਸਰਕਾਰੀ ਸਕੂਲ ਦਾ, ਔਰ ਉਹਦੇ ਵਿੱਚ ਦੇਖਿਆ ਕਿ ਇੰਨੇ ਸਾਲਾਂ ਤੋਂ ਜੋ ਚੀਜ਼ਾਂ ਨਹੀਂ ਹੋਈਆਂ ਸੀਗੀਆਂ ਉਹ ਹੋਈਆਂ, ਕਿਉਂਕਿ ਐਜੂਕੇਸ਼ਨ ਸਿਸਟਮ ਨੂੰ ਬਦਲਣ ਦੀ ਜਿਹੜੀ ਕੇਜਰੀਵਾਲ ਸਰਕਾਰ ਨੇ ਪਹਿਲ ਕੀਤੀ ਹੈ, ਉਸੇ ਨੂੰ ਸ਼ਾਇਦ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਔਰ ਉਹਦੇ ਅਧੀਨ ਹੀ ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ 4000 ਦੇ ਕਰੀਬ ਨਿਯੁਕਤੀ ਪੱਤਰ ਟੀਚਰਸ ਨੂੰ ਦਿੱਤੇ ਆ, ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਖਾਸ ਜਿਹੜੀ ਟ੍ਰੇਨਿੰਗ ਹੈ ਉਹਦੇ ਵਾਸਤੇ ਫੋਰਨ ਦੇ ਵਿੱਚ ਵੀ ਭੇਜਿਆ ਜਾਵੇਗਾ। ਦੇਖੀਏ, ਅਗਰ ਕਿਸੇ ਵੀ ਦੇਸ਼ ਦੀ ਤਰੱਕੀ ਦੀ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਮੇਨ ਦੋ ਚੀਜ਼ਾਂ, ਅਗਰ ਅਸੀਂ ਦੋ ਚੀਜ਼ਾਂ ਤੇ ਦੋ ਪਹਿਲੂਆਂ ਤੇ ਕੰਮ ਕਰੀਏ ਤੇ ਬਹੁਤ ਜਿਹੜਾ ਦੇਸ਼ ਹੈ ਉਹ ਤਰੱਕੀ ਕਰੇਗਾ। ਅਗਰ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀ ਸਿੱਖਿਆ ਹੈ ਔਰ ਜਿਹੜੀ ਸਵਸਥ ਹੈ, ਇਹਨਾਂ ਦੋਨਾਂ ਨੂੰ ਫ੍ਰੀ ਰੱਖਿਆ ਗਿਆ। ਸਾਰਿਆਂ ਦਾ ਅਧਿਕਾਰ ਹੈ ਕਿ ਉਹਨਾਂ ਨੂੰ ਜਿਹੜੀ ਸਿੱਖਿਆ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ, ਔਰ ਉਹਨਾਂ ਦੇ ਸਵਸਥ ਨੂੰ ਵੀ ਲੈ ਕੇ ਜੋ ਕੰਮ ਕੀਤਾ ਜਾਂਦਾ ਉਹ ਫ੍ਰੀ ਕੀਤਾ ਜਾਂਦਾ। ਉਹਨਾਂ ਨੂੰ ਸਾਰੀਆਂ ਸਹੂਲਤਾਂ ਫ੍ਰੀ ਪ੍ਰੋਵਾਈਡ ਕਰੀਆਂ ਜਾਂਦੀਆਂ। ਸ਼ਾਇਦ ਇਸੇ ਕਰਕੇ ਸਾਡਾ ਜਿਹੜਾ ਭਾਰਤ ਹੈ ਉਹ ਬਹੁਤ ਹੱਦ ਤੱਕ ਦੂਸਰੇ ਜਿਹੜੇ ਬਾਹਰਲੇ ਦੇਸ਼ ਹੈਗੇ ਉਹਨਾਂ ਦੇ ਮੁਕਾਬਲੇ 'ਚ ਬਹੁਤ ਪਛੜ ਗਿਆ। ਔਰ ਇਸੇ ਚੀਜ਼ ਨੂੰ ਲੈ ਕੇ, ਇਸੇ ਕੰਮ ਨੂੰ ਲੈ ਕੇ ਕੇਜਰੀਵਾਲ ਸਰਕਾਰ ਜਿਹੜਾ ਦਿੱਲੀ ਮਾਡਲ ਉਹ ਪੇਸ਼ ਕੀਤਾ। ਉਹਨਾਂ ਨੇ ਐਜੂਕੇਸ਼ਨ ਤੇ ਕੰਮ ਕੀਤਾ, ਉਹਨਾਂ ਨੇ ਹੈਲਥ ਤੇ ਕੰਮ ਕੀਤਾ, ਔਰ ਦੋਨੋਂ ਚੀਜ਼ਾਂ ਦੇ ਵਿੱਚ ਬਹੁਤ ਅੱਛੀ ਉਹਨਾਂ ਨੇ ਗਰੋਥ ਮੈਂ ਖੁਦ ਵੀ ਦੇਖੀ ਹੈ ਕਿ ਮਤਲਬ ਬਹੁਤ ਅੱਛਾ ਗਰੋ ਕਰ ਰਹੇ ਆ। ਔਰ ਜਿੱਥੋਂ ਤੱਕ ਲੋਕਾਂ ਦਾ ਇਹ ਮੰਨਣਾ ਹੁੰਦਾ ਸੀ ਕਿ ਪ੍ਰਾਈਵੇਟ ਸਕੂਲ, ਪ੍ਰਾਈਵੇਟ ਹਸਪੀਟਲ ਬਹੁਤ ਅੱਛੇ ਆ, ਉਹ ਹੁਣ ਲੋਕ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾਉਣ ਨੂੰ ਪਹਿਲ ਦਿੰਦੇ ਆ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇੰਜ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਉਹਨੂੰ ਪੂਰਾ ਬਦਲਿਆ ਜਾਵੇ। ਔਰ ਕੀ ਖਾਮੀਆਂ ਰਹੀਆਂ ਕਿ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਉਹਨਾਂ ਨੂੰ ਲੋਕ ਤਰਜੀਹ ਦਿੰਦੇ ਆ, ਉਹਨਾਂ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਨੇ। ਔਰ ਉਹੀ ਚੀਜ਼ਾਂ ਨੂੰ ਮੰਦੇਨਜ਼ਰ ਰੱਖ ਕੇ ਉਹਨਾਂ ਨੂੰ ਟੀਚਰਾਂ ਨੂੰ ਟ੍ਰੇਨ ਕੀਤਾ ਗਿਆ। ਉਹੀ ਉਹ ਟੀਚਰ ਹੈ ਜੋ ਪਹਿਲਾਂ ਉਹਨਾਂ ਸਕੂਲਾਂ 'ਚ ਕੰਮ ਕਰਦੇ ਸੀ, ਔਰ ਉਹੀ ਹੁਣ ਹੈ ਕਿ ਉਹਨਾਂ ਦੇ ਬੱਚਿਆਂ ਦੀ ਗਰੋਥ ਵੀ ਹੋਈ ਹੈ ਔਰ ਟੀਚਰਾਂ ਦੀ ਵੀ ਇੰਪਰੂਵਮੈਂਟ ਹੋਈ ਹੈ। ਤਾਂ ਉਸੇ ਹਿਸਾਬ ਨਾਲ ਬਹੁਤ ਸਾਰੇ ਅਭੀ 3-4 ਸਾਲਾਂ ਦੇ ਵਿੱਚ ਇਦਾਂ ਦੇ ਵੀ ਹੈ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ IIT 'ਚ ਗਏ ਆ, IPS ਬਣੇ ਆ, IAS ਬਣੇ ਆ, ਜਦਕਿ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਨਹੀਂ ਸੀ ਕਿ ਕੋਈ ਕਿਸਮਤ ਦਾ ਸਮਝ ਲਓ ਕਿ 1000 ਵਿੱਚੋਂ ਇੱਕ ਅੱਧਾ ਬੱਚਾ ਇਸ ਤਰ੍ਹਾਂ ਹੁੰਦਾ ਸੀਗਾ ਕਿ ਬਹੁਤ ਅੱਛੀ ਪੋਸਟ ਤੇ ਚਲਾ ਗਿਆ, ਪਰ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ। ਉਹਦੀ ਇੱਕ ਐਗਜ਼ਾਮਪਲ ਸੁਰਿੰਦਰ ਜੀ, ਮੈਂ ਇੱਕ ਟੀਚਰ ਹੈਗੇ ਖਾਨ ਸਰ, ਜਿਵੇਂ ਤੁਸੀਂ ਸੁਣਿਆ ਹੋਵੇਗਾ, ਉਹ ਬਿਹਾਰ ਨੂੰ ਬਿਲੋਂਗ ਕਰਦੇ ਆ, ਔਰ ਉਹਨਾਂ ਨੇ IPS IAS ਬਹੁਤ ਸਾਰੀ ਜਿਹੜੀ ਸਰਕਾਰੀ ਜਿਹੜੀਆਂ ਜੌਬਸ ਹੈਗੀਆਂ ਉਹਨਾਂ ਵਾਸਤੇ ਜਿਹੜੀਆਂ ਤਿਆਰੀ ਕਰਦੇ ਆ ਬੱਚੇ, ਉਹਨਾਂ ਨੂੰ ਉਹ ਫ੍ਰੀ ਸਿੱਖਿਆ ਦਿੰਦੇ ਆ। ਸਮਾਰਟ 30 ਕਲਾਸ 30 ਬੱਚੇ ਉਹਨਾਂ ਨੇ ਪੜ੍ਹਾ ਰਹੇ ਹੁੰਦੇ ਆ। ਹਾਂਜੀ, ਉਹ ਸਰਕਾਰ ਤੋਂ ਕੋਈ ਮਦਦ ਨਹੀਂ ਲੈ ਰਹੇ, ਔਰ ਉਹਨਾਂ ਨੇ ਆਨਲਾਈਨ ਕਲਾਸਿਸ ਮਤਲਬ ਉਹਨਾਂ ਦਾ ਕੋਵਿਡ ਦੇ ਦੌਰਾਨ ਜਦੋਂ ਆਨਲਾਈਨ ਕਲਾਸਿਸ ਚੱਲੀਆਂ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਰਹੀ। ਮੈਡਮ ਇਹਦਾ ਮਤਲਬ ਕਿਤੇ ਨਾ ਕਿਤੇ ਦਿੱਕਤ ਤਾਂ ਸਿਸਟਮ 'ਚ ਹੀ ਹੈ ਨਾ। ਇਹ ਜਿਹੜਾ 75-25 ਦੀ ਗੱਲ ਕਰ ਲਈਏ, ਕਿਉਂਕਿ ਤੁਸੀਂ ਆ ਦੇਖੋ ਵੀ ਜੇ ਪੈਸੇ ਸਹੀ ਤਰੀਕੇ ਨਾਲ ਲੱਗਣ ਤਾਂ ਪੈਸੇ ਵੀ ਨਹੀਂ ਇੰਨੇ ਲੱਗਣ। ਇਹਦਾ ਮਤਲਬ ਸਭ ਕੁਝ ਹੋ ਸਕਦਾ ਹੈ, ਨੀਅਤ ਸਾਫ਼ ਹੋਵੇ ਤਾਂ। ਨੀਅਤ ਸਾਫ਼, ਦਿੱਕਤ ਸਿਰਫ ਇਹ ਆਉਂਦੀ ਹੈ ਕਿ ਸ਼ਾਇਦ ਉਹ ਟੈਂਡਰ ਕੱਢੇ ਜਾਂਦੇ ਨੇ ਤੇ ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਨਾਲ ਟੈਂਡਰ 'ਚ ਪਹਿਲਾਂ ਇਹ ਦੇਖਿਆ ਜਾਂਦਾ ਵੀ ਮੈਂ ਹਿੱਸਾ ਕਿੰਨਾ ਦੇਣਾ ਹੈ, 10% ਉਧਰ ਜਾਣਾ ਹੈ,
ਤੇ 10% ਉਧਰ ਕੋਈ, ਤਾਂ ਇਸ ਤਰੀਕੇ ਨਾਲ ਜਦੋਂ ਲੱਗਣਾ ਹੀ ਉੱਥੇ ਕੁਝ ਨਹੀਂ ਤਾਂ ਫਿਰ ਕਿਉਂਕਿ ਦਿੱਕਤ ਇਹ ਨਹੀਂ ਹੈ ਕਿ ਆਪਾਂ ਮੰਨ ਸਕਦੇ ਹਾਂ ਅਧਿਆਪਕਾਂ ਨੂੰ ਬਾਹਰ ਭੇਜ ਦਾਂਗੇ, ਪਰ ਜਦੋਂ ਬਾਹਰ ਭੇਜ ਕੇ ਇੱਥੇ ਆਣਗੇ, ਸੋਚੋ ਮੀਂਹ ਪੈਂਦਾ ਹੋਵੇ ਤੇ ਜੇ ਕਲਾਸਾਂ ਚੋਂਦੀਆਂ ਹੋਣ ਤੇ ਪਾਣੀ ਟਪਕਦਾ ਹੋਵੇ, ਉਹ ਬਾਹਰਲੀ ਐਜੂਕੇਸ਼ਨ ਦਾ ਕਰਨਾ ਕੀ ਉਹਨਾਂ ਨੇ? ਜੇ ਬੱਚਿਆਂ ਨੂੰ ਬੈਠਣ ਵਾਸਤੇ ਮੈਂ ਬੈਂਚ ਨਹੀਂ ਦੇ ਸਕਦਾ, ਜੇ ਇੰਨੀ ਠੰਡ ਦੇ ਵਿੱਚ ਬੱਚੇ ਥੱਲੇ ਬੈਠ ਕੇ ਪੜ੍ਹਨਗੇ ਤਾਂ ਤੁਹਾਨੂੰ ਲੱਗਦਾ ਕਿ ਉੱਥੇ ਉਹ ਐਜੂਕੇਸ਼ਨ ਉਹ ਮੈਟਰ ਨਹੀਂ ਕਰਨੀ। ਮੈਟਰ ਇਹ ਕਰਦਾ ਹੈ ਹਾਲੇ ਕਿ ਆਪਾਂ ਇਨਫਰਾਸਟ੍ਰਕਚਰ ਉਹ ਕਿਵੇਂ ਦਈਏ ਤਾਂ ਕਿ ਪਿੰਡ ਦੇ ਆਲੇ ਦੁਆਲੇ ਵਾਲੇ ਪਿੰਡ ਵਾਲਿਆਂ ਨੂੰ ਲੱਗੇ ਕਿ ਵਾਕਈ ਬਦਲਾਵ ਆਇਆ। ਕਿਉਂਕਿ ਜੇ ਬਦਲਾਵ ਦੀ ਉਹ ਮੈਸੇਜ ਦਾਂਗੇ ਨਾ, ਤਾਂ ਕਰਕੇ ਲੱਗਣਾ ਕਿ ਹਾਂ ਅਗਲੀ ਵਾਰ ਇਹ ਵੀ ਮੈਂ ਬੱਚਾ ਆਪਣਾ ਇੱਥੇ ਐਡਮਿਸ਼ਨ ਕਰਾਵਾਂ, ਕਿਉਂਕਿ ਹੁਣ ਮਾਰਚ 'ਚ ਹੁਣ ਐਡਮਿਸ਼ਨ ਸ਼ੁਰੂ ਹੋ ਜਾਣੇ ਆ। ਇਹ ਤਾਂ ਹੈ ਨਹੀਂ, ਤੇ ਇਹ ਵੀ ਦੇਖਣਾ ਹੋਏਗਾ ਕਿ ਇਹ ਐਕਸਲੇਟਰ ਤੇ ਪੈਰ ਰੱਖੇ ਹੀ ਰੱਖਣ, ਕਿਉਂਕਿ ਇੱਕ ਵਾਰੀ ਚੱਕਿਆ ਗਿਆ ਤਾਂ ਫਿਰ ਉਹ ਝਾੜੀਆਂ ਨੇ ਤਾਂ ਉੱਗਣ 'ਚ 6 ਮਹੀਨੇ ਹੀ ਲੱਗਦੇ ਆ ਜੀ। ਬਿਲਕੁਲ, ਜੇ ਉਹ ਦੁਬਾਰਾ ਨਾ ਵੱਡੀਆਂ ਗਈਆਂ ਤਾਂ ਫਿਰ ਉਸੇ ਤਰੀਕੇ ਨਾਲ ਆ ਜਾਣਾ, ਫਿਰ ਲੋਕਾਂ ਨੂੰ ਪਛਤਾਵਾ ਰਹਿਣਾ ਜੀ। ਜੀ ਬਿਲਕੁਲ। ਦੇਖੋ, ਇਨਫਰਾਸਟ੍ਰਕਚਰ ਦੀ ਗੱਲ ਕਰੀਏ ਜਾਂ ਫਿਰ ਬਿਲਡਿੰਗਸ ਦੀ ਗੱਲ ਕਰੀਏ ਜਾਂ ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰੀਏ ਜਾਂ ਫਿਰ ਟੀਚਰਸ ਨੂੰ ਟ੍ਰੇਨ ਕਰਨ ਦੀ ਗੱਲ ਕਰੀਏ ਜਾਂ ਫਿਰ ਬੱਚਿਆਂ ਨੂੰ ਕਿਵੇਂ ਸਕੂਲਾਂ ਵਿੱਚ ਲੈ ਕੇ ਆਣਾ, ਇਹ ਇੱਕ ਚੀਜ਼ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ, ਔਰ ਉਹ ਸਰਕਾਰ ਦੇ ਨਾਲ ਪੰਚਾਇਤਾਂ ਦੇ ਨਾਲ ਅਧਿਆਪਕਾਂ ਦੇ ਨਾਲ ਹਰ ਇੱਕ ਉਸ ਨਾਗਰਿਕ ਦਾ ਵੀ ਫਰਜ਼ ਬਣਦਾ ਹੈ ਜਿਹੜਾ ਉਸ ਪਿੰਡ ਵਿੱਚ ਜਾਂ ਫਿਰ ਉਸ ਸਕੂਲ ਵਿੱਚ ਜਾਂ ਫਿਰ ਉਸ ਸ਼ਹਿਰ ਵਿੱਚ ਰਹਿੰਦਾ ਹੈ, ਕਿਉਂਕਿ ਉਹਨਾਂ ਦੇ ਬੱਚੇ ਉਹਨਾਂ ਸਕੂਲਾਂ ਵਿੱਚ ਪੜ੍ਹਨਗੇ। ਅਗਰ ਉਹ ਸਕੂਲ ਅੱਛੇ ਹੋਣਗੇ ਤਾਂ ਉਹਨਾਂ ਦੇ ਬੱਚੇ ਅੱਛੀ ਐਜੂਕੇਸ਼ਨ ਪ੍ਰਾਪਤ ਕਰਨਗੇ। ਅਗਰ ਅੱਜ ਉਹਨਾਂ ਦੇ ਬੱਚੇ ਨਹੀਂ ਪੜ੍ਹਦੇ ਤੇ ਹੋ ਸਕਦਾ ਅਗਲੀ ਪੀੜ੍ਹੀ ਦੇ ਬੱਚੇ ਉਹਨਾਂ ਦੇ ਜਿਹੜੇ ਇੰਪਰੂਵਡ ਸਕੂਲ ਹੋਣਗੇ, ਜੋ ਅੱਜ ਸਕੂਲਾਂ ਦੇ ਵਿੱਚ ਜੋ ਇੰਪਰੂਵਮੈਂਟ ਆਏਗੀ ਉਹ ਉਹਨਾਂ ਨੂੰ ਫਿਊਚਰ ਵਿੱਚ ਵੀ ਨਜ਼ਰ ਆਏਗੀ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਜ਼ੀਰੋ ਤੋਂ ਸ਼ੁਰੂ ਹੋਣਾ ਪਏਗਾ ਔਰ ਹਰ ਇੱਕ ਚੀਜ਼ ਨੂੰ ਨਜ਼ਰ ਰੱਖ ਕੇ ਉਸ ਨੂੰ ਅਗਰ ਸਿਸਟਮ ਨੂੰ ਪੂਰਾ ਬਦਲਣਾ ਹੈ ਤਾਂ ਉਹ ਇੰਨਾ ਆਸਾਨ ਵੀ ਨਹੀਂ ਹੈ। ਔਰ ਅਗਰ ਉਹਦੇ ਵਿੱਚ ਅਸੀਂ ਸਰਕਾਰ ਦਾ ਯੋਗਦਾਨ ਕਹੀਏ ਤਾਂ ਇਕੱਲੀ ਸਰਕਾਰ ਉਹਦੇ ਵਿੱਚ ਕੁਝ ਨਹੀਂ ਕਰ ਸਕਦੀ। ਉਹਦੇ ਵਿੱਚ ਟੀਚਰਸ ਨੂੰ, ਪੰਚਾਇਤਾਂ ਨੂੰ, ਨਾਗਰਿਕਾਂ ਨੂੰ, ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਅੱਛਾ ਪੜ੍ਹੇ, ਅੱਛੀ ਐਜੂਕੇਟ ਹੋਵੇ ਔਰ ਅੱਛੇ ਪੋਸਟਾਂ ਤੇ ਕੰਮ ਕਰੇ ਜਾਂ ਫਿਰ ਅੱਛਾ ਕਮਾਵੇ, ਅੱਛਾ ਖਾਵੇ, ਤਾਂ ਸਾਨੂੰ ਨਿਰਸੰਦੇਹ ਅੱਜ ਜਿਹੜੀ ਨੀਂਹ ਆ ਉਹਨਾਂ ਦੀ ਉਹਨੂੰ ਮਜ਼ਬੂਤ ਕਰਨਾ ਪਏਗਾ ਔਰ ਉਹਨਾਂ ਨੂੰ ਪ੍ਰਾਇਮਰੀ ਸਕੂਲ ਤੋਂ ਲੈ ਕੇ ਸਾਨੂੰ ਕੰਮ ਕਰਨਾ ਪਏਗਾ। ਪ੍ਰਾਇਮਰੀ ਸਕੂਲ, ਮਿਡਲ ਸਕੂਲ, ਉਸ ਤੋਂ ਬਾਅਦ ਸਰਕਾਰੀ ਸਕੂਲ ਜਿਹੜੇ ਹਾਈ ਸਕੂਲ ਤੱਕ ਦੇ ਲੈਵਲ ਦੇ ਹੈਗੇ ਜਾਂ ਫਿਰ +2 ਤੱਕ ਦੇ ਲੈਵਲ ਦੇ ਹੈਗੇ, ਉਹਨਾਂ ਸਾਰਿਆਂ ਨੂੰ ਇੰਪਰੂਵ ਕਰਕੇ, ਤਾਂ ਕਿ ਜਿਹੜੇ ਜਦੋਂ ਸਕੂਲ ਜਾਂ ਬੇਸਿਕ ਐਜੂਕੇਸ਼ਨ ਬੱਚਿਆਂ ਨੂੰ ਪ੍ਰਾਪਤ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਬੱਚੇ ਨਿਕਲਣ ਤਾਂ ਉਹ ਇੱਕ ਹਰ ਇੱਕ ਜਿਹੜਾ ਖੇਤਰ ਹੈਗਾ ਉਹਦੇ ਵਿੱਚ ਉਹ ਇੱਕ ਤਰੱਕੀ ਕਰਨ ਲਈ ਚਾਹਵਾਨ ਹੋਣ। ਇੱਕ ਮਤਲਬ ਇਸ ਤਰ੍ਹਾਂ ਅਸੀਂ ਨਾ ਕਹੀਏ ਕਿ ਬੱਚਿਆਂ ਨੂੰ ਸਿਰਫ ਬੇਸਿਕ ਸਿੱਖਿਆ ਜਿਹੜੀ ਆ ਉਹ ਦਿੱਤੀ ਗਈ, ਜਾਂ ਉਹਨਾਂ ਨੂੰ ਨਾਲ ਹੋਰ ਚੀਜ਼ਾਂ ਵੀ ਐਕਸਟਰਾ ਜਿਹੜੀ ਕਰਿਕੂਲਰ ਐਕਟੀਵਿਟੀਜ਼ ਆਪਾਂ ਕਹਿ ਸਕਦੇ ਜਾਂ ਫਿਰ ਗੇਮਸ ਆਪਾਂ ਕਹਿ ਸਕਦੇ, ਚਾਹੇ ਉਹ ਇਨਡੋਰ ਹੈ ਚਾਹੇ ਆਊਟਡੋਰ ਹੈ ਜਾਂ ਫਿਰ ਜਾਨੀ ਹੱਥ ਨਾਲ ਹੋਣ ਵਾਲੇ ਬਹੁਤ ਸਾਰੇ ਕੰਮ ਹੈਗੇ ਆ ਜਾਂ ਫਿਰ ਕੰਪਿਊਟਰ ਐਜੂਕੇਸ਼ਨ ਹੈਗੀ ਆ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਬੇਸਿਕ ਐਜੂਕੇਸ਼ਨ ਦੇ ਨਾਲ ਬੱਚਿਆਂ ਦੇ ਵਿੱਚ ਇੰਪਰੂਵਮੈਂਟ ਲਿਆਉਣ ਵਾਸਤੇ ਉਹਨਾਂ ਨੂੰ ਹੋਰ ਐਕਸਪੈਂਡ ਕਰ ਸਕਦੇ ਹਾਂ। ਔਰ ਇਹ ਸਭ ਸਰਕਾਰਾਂ ਨੂੰ ਵੀ ਸੋਚਣਾ ਪਏਗਾ ਔਰ ਉਸ ਤੋਂ ਬਾਅਦ ਇੱਕ ਜਿਹੜਾ ਬੇਸਿਕ ਐਜੂਕੇਸ਼ਨ ਸਿਸਟਮ ਹੈ ਉਹਨੂੰ ਇੰਪਰੂਵ ਕਰਨ ਲਈ ਇਹ ਸਭ ਚੀਜ਼ਾਂ ਜ਼ਰੂਰੀ ਹੈ। ਬਿਲਕੁਲ ਅਮਨਪ੍ਰੀਤ ਕੌਰ ਜੀ, ਤੁਸੀਂ ਸਾਨੂੰ ਅੱਜ ਆਪਣਾ ਸਮਾਂ ਦਿੱਤਾ ਤੇ ਇਸ ਮੁੱਦੇ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੁਰਿੰਦਰ ਜੀ। ਤੇ ਇਹ ਸੀ ਅਮਨਦੀਪ ਕੌਰ ਜੀ। ਤੇ ਖੈਰ ਉਧਰ ਵਾਕਈ ਅਧਿਆਪਕਾਂ ਨੂੰ ਅੱਜ ਨੌਕਰੀ ਤਾਂ ਮਿਲ ਗਈ ਹੈ, ਪਰ ਅੱਗੇ ਚੈਲੰਜਸ ਹੋਰ ਵੀ ਹੋਣਗੇ, ਕਿਉਂਕਿ ਬੱਚੇ ਹਾਲੇ ਸਕੂਲਾਂ ਦੇ ਵਿੱਚ ਬੱਚੇ ਕਿਸ ਤਰੀਕੇ ਨਾਲ ਆਣੇ ਹੈ ਤੇ ਉਸ ਤੋਂ ਬਾਅਦ ਅਧਿਆਪਕ ਤੇ ਵੀ ਇਹ ਪੈਂਦਾ ਕਿ ਉਹ ਕਿੰਨੀ ਸ਼ਿੱਦਤ ਦੇ ਨਾਲ ਪੰਜਾਬ ਦਾ ਭਵਿੱਖ ਸੁਧਾਰਨਗੇ। ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਤੋਂ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।